ਇਤਿਹਾਸਕ ਕਸਬਾ ਠੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ SR ਕਲੇਰ ਪਹੁੰਚੇ। ਇੱਥੇ ਇਹਨਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਵੱਖ-ਵੱਖ ਪਾਰਟੀਆਂ ਨੂੰ ਛੱਡਦੇ ਹੋਏ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਤੇ ਡਾਇਰੈਕਟਰ ਸਾਹਿਬ ਅਜੀਤ ਸਿੰਘ ਜੀ ਅਤੇ ਬਾਲ ਸਾਹਿਬ ਸਮੁੱਚੀ ਲੀਡਰਸ਼ਿਪ ਸਭ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ 2022 ਦੀ ਇਲੈਕਸ਼ਨ ਹੋਣ ਜਾ ਰਹੀ ਆ 20 ਫਰਵਰੀ ਨੂੰ, ਉਸ ਸੰਬੰਧ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ। ਪਹਿਲਾਂ ਤਾਂ ਮੈਂ ਅੱਜ ਸਾਰਿਆਂ ਨੂੰ ਵਧਾਈ ਦਿੰਦਾ ਜੋ ਕਿ ਸਾਡੇ ਵੀਰ ਸਾਹਿਬ ਤੋਂ ਬਹੁਤ ਸਮਾਂ ਵਿਛੜ ਗਏ ਸੀ, ਉਹ ਅੱਜ ਸਾਡੇ ਘਰ ਵਾਪਸੀ ਕਰਨ ਲੱਗੇ ਆ। ਆਮ ਆਦਮੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਲੱਗੇ ਆ। ਅੱਜ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਕਿਉਂਕਿ ਵੀਰੋ ਉਹ ਸਮਾਂ ਹੀ ਇਹੋ ਜਿਹਾ ਸੀ, ਕਿਉਂਕਿ ਆਪਣਾ ਉਸ ਇਲੈਕਸ਼ਨ ਦੇ ਸਮੇਂ ਦੌਰਾਨ 2017 ਦੇ ਵਿੱਚ ਇੱਕ ਆਮ ਆਦਮੀ ਪਾਰਟੀ ਆਈ ਸੀ ਜੋ ਦਿੱਲੀ ਤੋਂ ਚੱਲੀ ਸੀ। ਉਸ ਨੇ ਝੂਠ ਤੂਫਾਨ ਮਾਰ ਕੇ ਸਾਡੇ ਨੌਜਵਾਨ ਵੀਰਾਂ ਨੂੰ, ਬਜ਼ੁਰਗਾਂ ਨੂੰ ਇੰਨੇ ਝੂਠ ਮਾਰ ਕੇ ਆਪਣੇ ਗੱਲ ਬੱਕੜੀ ਪਾ ਲਈ ਸੀ ਕਿ ਵੀ ਅਸੀਂ ਪੰਜਾਬ, ਨਵਾਂ ਪੰਜਾਬ ਬਣਾ ਦਾਂਗੇ, ਆਏ ਕਰ ਦਾਂਗੇ। ਪਰ ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਹਾਂ। ਇੱਕ ਉਹਨਾਂ ਨੂੰ ਮੌਕਾ ਦੇਤਾ, ਪਰ ਉਹ ਸਾਨੂੰ ਲੁੱਟਣ ਹੀ ਆਏ ਸੀ, ਕਿਉਂਕਿ ਦਿੱਲੀ ਤੋਂ ਆ ਕੇ ਉਹ ਸਾਡਾ ਪੰਜਾਬ ਦਾ ਕੀ ਸਵਾਰ ਸਕਦੇ ਆਪਾਂ ਨੂੰ ਪਤਾ। ਆਪਣੇ ਇੱਕ NRI ਵੀਰ ਸੀ, ਉਹਨਾਂ ਨੇ ਸਾਰਿਆਂ ਨੇ ਲੱਗ ਗਿਆ ਵੀ ਸਾਨੂੰ ਕੀ ਬਲਦਾਲ ਲਿਆ ਦਾਂਗੇ। ਪਰ ਜਦੋਂ ਹੁਣ ਆਪਾਂ ਨੂੰ ਉਹਨਾਂ ਦੀ ਅਸਲੀਅਤ ਪਤਾ ਲੱਗਣ ਲੱਗੀ ਆ ਤਾਂ ਸਾਰੇ ਦੇਖਿਆ ਵੀ ਇਹ ਤਾਂ ਸਾਨੂੰ ਧੋਖੇ ਦੇ ਵਿੱਚ ਰੱਖ ਕੇ ਸਾਨੂੰ ਆਪਸ ਵਿੱਚ, ਪੰਜਾਬੀ ਨੂੰ ਆਪਸ ਵਿੱਚ ਲੜਾ ਰਹੇ ਆ। ਅੱਜ ਉਹ ਸਾਰੀ ਗੱਲ ਲੋਕਾਂ ਦੇ ਸਾਹਮਣੇ ਆ ਰਹੀ ਆ। ਇਸ ਗੱਲ ਤੋਂ ਹੁਣ ਆਪਾਂ ਜਿਹੜੀ ਇਹ ਪਹਿਲਾਂ ਗਲਤੀ ਕੀਤੀ ਆ ਹੁਣ ਨਹੀਂ ਕਰਨੀ। ਪਹਿਲਾਂ ਪਿਛਲੇ ਸਮੇਂ ਦੌਰਾਨ ਸਰਕਾਰਾਂ ਦੇ ਵਿੱਚ ਕੈਪਟਨ ਸਾਹਿਬ ਨੇ ਵੀ ਝੂਠ ਮਾਰ ਕੇ ਆਪਣੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਘਰ ਘਰ ਨੌਕਰੀ ਦੇ ਕੇ ਕਰਜ਼ਾ ਮਾਫੀ ਦਾ ਕਰਕੇ ਸਰਕਾਰ ਬਣਾ ਲਈ। ਪਰ ਪਿਛਲੇ 5 ਸਾਲ ਜਿਹੜਾ ਕੁਛ ਆਪਣੇ ਨਾਲ ਹੋਇਆ ਆਪਾਂ ਨੂੰ ਸਾਰਿਆਂ ਨੂੰ ਭਲੀ ਭਾਂਤ ਜਾਣੂ, ਕਿਉਂਕਿ ਜਿੰਨੀਆਂ ਵੀ ਬਾਦਲ ਸਾਹਿਬ ਦੀਆਂ ਸਕੀਮਾਂ ਚਲਾਈਆਂ ਸੀ ਉਹਨਾਂ ਨੇ ਸਾਰੀਆਂ ਬੰਦ ਕਰਤੀਆਂ। ਜੇ ਅੱਜ ਮੈਂ ਕਰਜ਼ਾ ਮਾਫੀ ਦੀ ਗੱਲ ਕਰਾਂ, ਕਿਸੇ ਦਾ ਨਹੀਂ ਹੋਇਆ ਗਿਆ। ਸ਼ਗਨ ਸਕੀਮ ਬੰਦ ਆ, ਆਟਾ ਦਾਲ ਸਕੀਮ ਬੰਦ ਆ, ਬਿਜਲੀ ਦੇ ਬਿੱਲ ਆ ਜਿਹੜੇ ਅੱਗੇ ਬਾਦਲ ਸਾਹਿਬ ਦੀ ਸਰਕਾਰ ਵੇਲੇ ਕਿਸੇ ਨੂੰ 100-200 ਆ ਗਿਆ ਤਾਂ ਕੀ ਕਹਿਣਾ, ਨਹੀਂ ਤਾਂ ਆ ਹੀ ਨਹੀਂ ਸੀ। ਪਰ ਪਿਛਲੇ ਸਮੇਂ ਦੌਰਾਨ ਜੇ ਕਿਸੇ ਦਾ ਇੱਕ ਬਲਬ ਸੀ, ਇੱਕ ਪੱਖਾ ਚੱਲਦਾ ਸੀ, ਉਹਨਾਂ ਨੂੰ ਵੀ 5-5, 7-7 ਹਜ਼ਾਰ ਬਿੱਲ ਆ। ਕਿਉਂਕਿ ਕਲੇਰ ਸਾਹਿਬ ਕੋਲੇ ਰੋਜ਼ ਆਉਂਦੇ ਹੁੰਦੇ ਸੀ ਵੀ ਸਾਡੇ ਤਾਂ ਜੀ 2 ਪੱਖੇ ਆ, ਇੱਕ ਬਲਬ ਜਗਦਾ ਤੇ ਬਿੱਲ ਆ ਸਾਨੂੰ 7200 ਰੁਪਈਆ, 7500 ਰੁਪਈਆ। ਕਿਉਂਕਿ ਇਹਨਾਂ ਦੇ ਮਾਰੂ ਨੀਤੀਆਂ ਨੇ ਆਪਾਂ ਨੂੰ ਬਹੁਤ ਹੀ ਖਰਾਬ ਕੀਤਾ। ਪਰ ਇਹ ਜਿਹੜਾ ਹੁਣ ਆਪਾਂ ਨੂੰ ਮੌਕਾ ਮਿਲਿਆ ਵਾ, ਇਹ ਆਪਾਂ ਗਵਾਉਣ ਨਹੀਂ ਦੇਣਾ। ਆਪਾਂ ਇੱਕ ਵੋਟ ਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਸ੍ਰੀ SR ਕਲੇਰ ਨੂੰ ਚੋਣ ਨਿਸ਼ਾਨ ਤੱਕੜੀ ਤੇ ਮੋਹਰ ਲਾ ਕੇ ਆਪਾਂ ਇੱਥੋਂ ਕਾਮਯਾਬ ਕਰਨਾ, ਵੱਡੀ ਲੀਡ ਦਿਵਾਉਣੀ ਹੈ। ਕਿਉਂਕਿ ਨੌਜਵਾਨ ਵੀਰਾਂ ਦਾ ਬਹੁਤ ਵੱਡਾ ਰੋਲ ਹੁੰਦਾ। ਜਿਵੇਂ ਅੱਜ SC ਵਰਗ ਦੀ ਗੱਲ ਕਰੀਏ ਤਾਂ ਕਹਿੰਦੇ ਆ ਜੀ ਚੰਨੀ ਸਾਡੇ ਚੋਂ ਆ। ਮੈਂ ਕਹਿੰਦਾ ਮੈਂ ਗਰੀਬ ਆ, ਕਹਿੰਦਾ ਜੀ ਮੈਂ ਫਲਾਨਾ ਕਰਦਾ, ਮੈਂ ਮੰਜੇ ਬਣਦਾ ਰਿਹਾ। ਪਰ ਮੈਂ ਕਹਿੰਦਾ ਉਹਦੇ ਵਰਗਾ ਗਰੀਬ ਆਪਾਂ ਨੂੰ ਪ੍ਰਮਾਤਮਾ ਸਾਰਿਆਂ ਨੂੰ ਕਰ ਦਿਓ। ਜਿਹਦੇ ਘਰੇ 10-10 ਕਰੋੜ ਰੁਪਈਆ ਕੈਸ਼ ਪਿਆ ਵਾ, ਉਹਦੇ ਅੱਗੇ ਗਰੀਬ ਤਾਂ ਆਪਾਂ ਸਾਰੇ ਹੋ ਜਾਈਏ। ਅਸੀਂ ਕਹਿੰਦੇ ਆ ਵੀ ਸਾਰੇ ਜ਼ਿਮੀਂਦਾਰ ਭਰਾ, 80 ਭਰਾ ਜਿੰਨੇ ਬੈਠੇ ਆ, ਕਿ ਪ੍ਰਮਾਤਮਾ ਬਾਰੇ ਅਰਦਾਸ ਕਰੇਗੇ ਵੀ ਜੇ ਸਾਡੇ 10 ਕਰੋੜ ਰੁਪਈਆ ਘਰੇ ਪਿਆ ਤਾਂ ਇਹੋ ਜਿਹਾ ਗਰੀਬ ਸਾਨੂੰ ਸਭ ਨੂੰ ਕਰ ਦੇਵੇ। ਕਿਉਂਕਿ ਇਹਨਾਂ ਨੇ ਲੁੱਟੂ ਸਰਕਾਰ ਆ, ਲੁੱਟ ਕੇ ਚਲੇ ਗਏ ਜੀ ਪੰਜਾਬ ਨੂੰ, ਤੇ ਅੱਜ ਤਾਈਂ ਕਿਸੇ ਵਰਗ ਦੀ ਬਾਂਹ ਨਹੀਂ ਫੜੀ। ਜੇ ਮੈਂ ਵਪਾਰੀਆਂ ਦੀ ਗੱਲ ਕਰਾਂ, ਵਪਾਰੀ ਵੀ ਸੜਕਾਂ 'ਤੇ ਉਤਰੇ ਹੋਏ ਆ, ਮੁਲਾਜ਼ਮ ਆ ਜਿੰਨੇ ਉਹ ਸੜਕਾਂ 'ਤੇ ਉਤਰੇ ਹੋਏ ਆ, ਕਿਸਾਨ ਆ, ਕਿਸਾਨ ਸੜਕਾਂ 'ਤੇ ਉਤਰੇ ਆ। ਕਿਸੇ ਨੂੰ ਅੱਜ ਆਪਾਂ ਨੂੰ ਫਸਲ ਬੀਜਣੀ ਸੀ ਨਾ ਆਲੂਆਂ ਵੇਲੇ DAP ਮਿਲਿਆ, ਹੁਣ ਯੂਰੀਆ ਦੀਆਂ ਵੱਡੀਆਂ ਲੈਣਾ ਲੱਗੀਆਂ, ਕਿਸੇ ਨੂੰ ਮਿਲਿਆ। ਪਰ ਇਹ ਗੱਲਾਂ ਆਪਾਂ ਸਾਰੀਆਂ ਸੋਚਣੀਆਂ, ਵਿਚਾਰਨੀਆਂ। ਆਪਾਂ ਹੁਣ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਗਿਆ, ਕਿਉਂਕਿ ਬਹੁਤ ਆ ਕੇ ਤੁਹਾਡੇ ਕੋਲੇ ਝੂਠ ਬੋਲਣਗੇ। ਕਿੰਨੇ ਕੈਂਡੀਡੇਟ ਆ, ਪਹਿਲਾਂ ਤਾਂ ਇਹਨਾਂ ਨੂੰ ਉਮੀਦਵਾਰ ਹੀ ਨਹੀਂ ਮਿਲਿਆ ਜਗਰਾਉਂ ਦਾ ਲੋਕਲ ਕੋਈ। ਆਹ ਕਲੇਰ ਸਾਹਿਬ ਆਪਣੇ ਕੋਲੇ ਜਿਉਂ 2012 ਤੋਂ ਆਏ ਆ, ਇਹਨਾਂ ਦੀ ਪੱਕੀ ਰਿਹਾਇਸ਼ ਆ ਇੱਥੇ ਆਏ ਆ, ਉਦੋਂ ਦੇ ਆਪਣੇ ਵਿੱਚ ਹੀ ਆ, ਦੁੱਖ ਸੁੱਖ ਦੇ ਵਿੱਚ। ਪਾਰਟੀ ਨੇ ਡਿਊਟੀ ਲਾਤੀ, ਕਹਿੰਦੇ ਨਿਹਾਲ ਸਿੰਘ ਆਓ। ਨਿਹਾਲ ਸਿੰਘ ਜਾ ਆਏ, ਇਲੈਕਸ਼ਨ ਲੜੀਏ, ਕਹਿੰਦੇ ਨਹੀਂ ਜੀ ਮੈਂ ਤਾਂ ਸਾਰਾ ਜਿਹੜਾ ਮੇਰਾ ਭਾਈਚਾਰਾ ਸਾਂਝ ਆ, ਪਰਿਵਾਰ ਆ ਸਾਰਾ, ਮੈਂ ਤਾਂ ਜਗਰਾਉਂ ਤੋਂ ਉੱਥੇ ਸੇਵਾ ਕਰਨੀ। ਉਹਦੇ ਪਾਰਟੀ ਨੇ ਡਿਊਟੀ ਲਾਤੀ ਜਗਰਾਉਂ, ਉਦੋਂ ਬਾਅਦ ਫੇਰ ਇੱਥੇ ਆ ਗਏ। ਆਪਣੇ ਕੋਲੇ ਪੱਕੇ ਆ, ਰਿਹਾਇਸ਼ ਇਹਨਾਂ ਦੀ ਪੱਕੀ ਆ। ਦੂਜੇ ਆ ਬੀਬੀ ਆ, ਉਹ ਕਿਰਾਏ 'ਤੇ ਬੈਠੀ ਆ। 20 ਤਰੀਕ ਨੂੰ ਤੁਸੀਂ ਭਾਰੀ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ ਕਲੇਰ ਸਾਹਿਬ ਨੂੰ ਇੱਥੋਂ ਜਿਤਾ ਦਿਓ ਤਾਂ 21 ਤਰੀਕ ਨੂੰ ਉਹਦਾ ਟਰਾਲੀ ਦੇ ਵਿੱਚ ਸਮਾਨ ਲੱਦਿਆ ਪਿਆ ਵਾ। ਮੇਰੇ ਨਾਲ ਜਿਹੜਾ ਮਰਜ਼ੀ ਦੱਸ ਦਿਓ ਵੀ ਬੀਬੀ ਮੁੜ ਕੇ ਆਪਾਂ ਨੂੰ ਲੱਭਣੀ ਨਹੀਂ। ਕਿਉਂਕਿ 5 ਸਾਲ MLA ਬਣਾ ਕੇ ਭੇਜੀ ਆ, ਇੱਕ ਵੀ ਮੁੱਦਾ ਉਹਨੇ ਵਿਧਾਨ ਸਭਾ ਦੇ ਵਿੱਚ ਨਹੀਂ ਉਠਾਇਆ। ਮੇਰੇ ਜਗਰਾਉਂ ਦੇ ਵਿੱਚ ਆਹ ਕੰਮ ਹੋਣ ਵਾਲੇ ਆ, ਜਾਂ ਆਹ ਮੇਰੇ ਪੁਲ ਬਣਨ ਵਾਲਾ ਵਾ, ਆਹ ਮੇਰਾ ਕੰਮ ਸ਼ਹਿਰ ਦਾ ਵਿਕਾਸ ਹੋਣ ਵਾਲਾ, ਜਾਂ ਸੀਵਰੇਜ ਪੈਣ ਵਾਲਾ, ਜਾਂ ਪਿੰਡਾਂ ਦੇ ਵਿੱਚ ਆਹ ਕੰਮ ਹੋਣ ਵਾਲੇ ਆ।
ਇੱਕ ਵੀ ਮੁੱਦੇ ਦੀ ਗੱਲ ਬੀਬੀ ਨੇ ਨਹੀਂ ਕੀਤੀ, ਪਰ ਇੱਕ ਚੰਨੀ ਸਾਹਿਬ ਨੂੰ ਉਹਨੇ ਜ਼ਰੂਰ ਬੇਨਤੀ ਕੀਤੀ ਹੈ ਜੀ ਮੈਨੂੰ ਗੱਡੀ ਨਵੀਂ ਦਿਓ। ਇਹ ਉਹਨੇ ਜ਼ਰੂਰ ਮੰਗਾ ਖਾ ਲਿਆ ਵੀ ਆਪ ਦੇ ਲਈ ਕਰ ਲਈ ਆ, ਪਰ ਇੱਕ ਤੁਹਾਡੇ ਸਾਂਝੇ ਉਮੀਦਵਾਰ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਲੇਰ ਸਾਹਿਬ ਆ, ਇਹਨਾਂ ਨੇ ਕਿੰਨੇ ਸਵਾਲ ਲਾਏ ਆ। ਕਿੰਨੀਆਂ ਜਿੰਨੇ ਅਧਿਆਪਕ ਸੀਗੇ ਉਦੋਂ ਕਿੰਨੀਆਂ ਬਦਲੀਆਂ ਕਰਾ ਕੇ ਲੈ ਕੇ ਆਇਆ ਦੂਰ, ਕਿੰਨੇ ਮੈਂ ਕਹਿੰਦਾ ਵੀ ਜਿਹੜਾ ਵੀ ਕੋਈ ਚਲੇ ਗਿਆ ਅੱਜ ਤਾਈਂ ਇਹ ਨਹੀਂ ਹੋਇਆ ਵੀ ਦਫ਼ਤਰ 'ਚ ਉਹਦਾ ਆਹ ਕੰਮ ਨਹੀਂ ਹੋਇਆ ਉਹ ਖਾਲੀ ਮੁੜਿਆ ਆ। ਪਰ ਸਰਕਾਰ ਨਾ ਹੁੰਦੇ ਹੋਏ ਵੀ ਜਾ ਕੇ ਅਫਸਰਾਂ ਨੇ ਇਹਨਾਂ ਦਾ ਮਿਲਣ ਵਾਸਤੇ ਸੀ, ਇਹਨਾਂ ਨੇ ਵੱਡੇ ਪੱਧਰ ਤੇ ਕੰਮ ਕਰਾ ਕੇ ਲੈ ਕੇ ਆਉਂਦੇ ਆ। ਪਰ ਹੁਣ ਇਹੀ ਬੇਨਤੀ ਆ ਸਾਰਿਆਂ ਨੂੰ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਇੱਕ ਵੋਟ ਤੇ ਪਹਿਰਾ ਦਿੰਦੇ। ਅੱਜ ਨੌਜਵਾਨ ਤੁਸੀਂ ਬਹੁਤ ਵੱਡੀ ਗਿਣਤੀ 'ਚ ਇੱਥੇ ਇਕੱਠੇ ਹੋਏ ਆ, ਮਾਤਾਵਾਂ ਇਕੱਠੀਆਂ ਹੋਈਆਂ, ਸਭ ਨੂੰ ਇਹੀ ਬੇਨਤੀ ਹੈ ਜਿੰਨੇ ਆਪਣੇ ਰਿਸ਼ਤੇਦਾਰ ਆ ਆਂਢ ਗੁਆਂਢ ਆ ਸਭ ਨੂੰ ਇਹੀ ਬੇਨਤੀ ਕਰੋ ਵੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਤਾਂ ਜੋ ਪੰਜਾਬ ਦਾ ਜਿਹੜਾ ਵਿਕਾਸ ਆਪਾਂ ਕਰ ਸਕੀਏ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਬਹੁਤ ਹੀ ਆਪਣੇ ਲਈ ਪ੍ਰੋਗਰਾਮ ਜਿਹੜੇ ਆ ਸਕੀਮਾਂ ਵਾ ਜਿਹੜੀਆਂ ਸ਼ੁਰੂ ਕਰਨ ਜਾ ਰਹੇ ਆ, ਨਵਾਂ ਪੰਜਾਬ ਜਿਹੜਾ ਵਸਾ ਰਹੇ ਆ, ਆਪਾਂ ਉਹਨਾਂ ਦਾ ਸਾਥ ਦੇਈਏ। ਇੰਨੀਆਂ ਕਿ ਬੇਨਤੀ ਕਰਦਾ ਮੈਂ ਕਿਨਾਂ ਦਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲੇਰ ਸਾਹਿਬ ਤੇ ਦਦਾਰ ਜੀ ਦਾ ਹਠੂਰ ਆਉਣ ਤੇ ਧੰਨਵਾਦ ਕਰਦੇ ਹਾਂ। ਵੀਰੋ ਵੋਟਾਂ ਆ ਗਈਆਂ, ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੀ ਦੋਨਾਂ ਦੀ ਇਕੱਠਿਆਂ ਦੀ ਸਰਕਾਰ ਬਣਨੀ ਆ। ਮੈਂ ਤੁਹਾਡੇ ਪਿੰਡ 'ਚ ਤਕਰੀਬਨ ਹਰ ਇੱਕ ਗਰੀਬ ਅਮੀਰ ਦੇ ਨਾਲ ਵਿਚਰਦਾ। ਕੋਈ ਵੀ ਇੱਥੇ ਜਿੰਨੇ ਵੀ ਬੰਦੇ ਬੈਠੇ ਆ, ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਮੇਰੇ ਤੱਕ ਕਿਸੇ ਨੂੰ ਕੋਈ ਕੰਮ ਪਿਆ ਮੈਂ ਨਹੀਂ ਗਿਆ ਤਾਂ ਮੈਨੂੰ ਦੱਸੋ ਵੀ ਭਾਈ ਤੁਸੀਂ ਸਾਡਾ ਆਹ ਕੰਮ ਸੀ ਨਹੀਂ ਗਏ। ਕਲੇਰ ਸਾਹਿਬ ਤੱਕ ਕੋਈ ਕੰਮ ਨਾਲ ਲੈ ਕੇ ਤੁਰਿਆ। ਅਕਾਲੀ ਦਲ ਦੀ ਸਰਕਾਰ ਵੇਲੇ ਮੈਂ 15 ਚੈੱਕ 15 ਲੱਖ ਰੁਪਏ ਦੇ, ਉਦੋਂ 15 ਲੱਖ ਸੀ, ਇਹਨਾਂ ਨੇ 51 ਲੱਖ ਰੁਪਈਆ ਕੀਤਾ ਸੀ ਸਗਨ ਸਕੀਮ ਦਾ। ਮੈਨੂੰ ਬਾਹ ਖੜੀ ਕਰਕੇ ਇੱਥੇ ਦੱਸੇ 51,000 ਰੁਪਈਆ, ਸੌਰੀ 51,000 ਰੁਪਈਆ ਇਹਨਾਂ ਨੇ ਕੀਤਾ ਜੀ। ਕਾਂਗਰਸ ਵਾਲਿਆਂ ਨੇ ਵੀ ਅਸੀਂ 51,000 ਰੁਪਈਆ ਸਗਨ ਸਕੀਮ ਦੇਵਾਂਗੇ। ਇੱਕ ਵੀ ਬੰਦਾ ਕੋਈ ਬਾਹ ਖੜੀ ਕਰਕੇ ਦੱਸੇ ਵੀ ਕਿਸੇ ਨੂੰ 51,000 ਵੀਰ ਆਇਆ ਇੱਥੇ ਦੱਸੋ ਮੇਰੇ ਭਰਾ, ਕਿਸੇ ਨੂੰ 51,000 ਸਗਨ ਸਕੀਮ ਦਾ ਆਇਆ ਕੋਈ? ਮੈਂ ਤਾਂ ਇਹੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਜੋ ਗਰੀਬ ਜਨਤਾ ਜਾਂ ਕਿਸਾਨਾਂ ਦੀ ਖਾਤਰ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜਾਂ ਬਹੁਜਨ ਸਮਾਜ ਪਾਰਟੀ ਨੇ ਕਰਨਾ, ਉਹ ਬਾਈ ਜੀ ਹੋਰ ਕਿਸੇ ਨੇ ਨਹੀਂ ਕਰਨਾ। ਮੈਂ ਤਕਰੀਬਨ 1 ਸਾਲ ਰਿਹਾ ਆ ਉੱਥੇ ਮੋਰਚੇ 'ਚ। ਜੋ ਦਿੱਲੀ ਦੇ ਹਾਲਾਤ ਆ, ਇੱਥੇ ਆਪਣੇ ਬੰਦੇ ਇਹ ਗੱਲ ਕਹਿੰਦੇ ਆ ਜੀ ਕੇਜਰੀਵਾਲ ਨੇ ਉਹ ਕੁਛ ਕਰਤਾ ਆਹ ਕਰਤਾ, ਸਾਰੇ ਸਕੂਲਾਂ ਤੇ ਪੇਂਟ ਕਰਕੇ ਉਹਦਾ ਨਵੀਨੀਕਰਨ ਕਰਤਾ। ਇੰਨਾ ਮੰਦਾ ਹਾਲ ਦਿੱਲੀ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੈਂ 2-4 ਫੋਟੋਆਂ ਵੀ ਪਾਈਆਂ ਸੀਗੀਆਂ ਵੀ ਦਿੱਲੀ ਦਾ ਹਾਲ ਦੇਖ ਲਓ ਜੀ, ਐਡਾ ਐਡਾ ਪਾਣੀ ਖੜਾ ਗਲੀਆਂ ਦੇ ਵਿੱਚ। ਦੇਖੋ ਜੋ ਅਸੀਂ ਸਾਡਾ ਪੰਜਾਬ ਦੇ ਜੰਮਪਲ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ ਉਹ ਦਿੱਲੀ ਦਾ ਅੱਗੇ ਕੋਈ ਨਹੀਂ ਕਰ ਸਕਦਾ। ਦਿੱਲੀ ਬਹੁਤ ਪਹਿਲਾਂ ਲੋਕਾਂ ਨੇ ਮਹਿਬੂਬ ਗਜਨੀ ਵਰਗਿਆਂ ਨੇ ਆ ਕੇ ਇੱਥੇ ਪੰਜਾਬ ਦੇ ਵਿੱਚ ਧਾੜਾਂ ਮਾਰੀਆਂ। ਮੈਂ ਤਾਂ ਤੁਹਾਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਰਲ ਕੇ ਹੰਭਲਾ ਮਾਰ ਕੇ ਕਿਸਾਨ ਜਿੰਨੇ ਵੀ ਮੇਰੇ ਵੀਰ ਹੋਰ ਵੀ ਆ, ਭਾਈਚਾਰਾ ਦਲਿਤ ਭਾਈਚਾਰਾ ਜਿੰਨੇ ਆ, ਆਪਾਂ ਅਕਾਲੀ ਦਲ ਨੂੰ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੀਏ। ਇੰਨਾ ਕੁਝ ਕਹਿੰਦਾ ਹੋਇਆ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀਆਂ ਭੈਣਾਂ ਭਰਾ ਨੌਜਵਾਨ ਬਜ਼ੁਰਗ ਸਭ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਤੁਹਾਡੇ ਕੋਲ ਬੇਨਤੀ ਕਰਨ ਵਾਸਤੇ ਆਏ ਕਿ 20 ਫਰਵਰੀ ਚੋਣਾਂ, ਮੈਂ ਤਾਂ ਇਹੋ ਹੀ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਕੈਂਡੀਡੇਟ ਜਿਹੜੇ ਹੈਗੇ ਆ ਇਸ ਵੇਲੇ ਉਹਨਾਂ ਦਾ ਮੁਕਾਬਲਾ ਕਰੋ ਕਿ ਕੈਂਡੀਡੇਟ ਕੌਣ ਹੈ, ਕਿੱਥੇ ਦੇ ਰਹਿਣ ਵਾਲੇ ਆ, ਇਹਨਾਂ ਦੀ ਪਿਛਲੀ ਕਾਗਜ਼ਾਰੀ ਕੀ ਆ। ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ। ਜੇ ਮੈਂ ਗੱਲ ਕਰਾਂ ਜਿਵੇਂ ਭੈਣ ਜੀ ਰਹੇ ਇੱਥੇ ਸਾਡੇ ਸਤਿਕਾਰਯੋਗ ਹੈ ਮੰਨ ਕੇ ਬੀਬੀ, ਜਾਂ ਦੂਜੇ ਜਿਹੜੇ ਆਏ ਆ ਜਾਂ ਤੀਜਾ ਜਿਹੜਾ ਆਇਆ, ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ। ਉਹਨਾਂ ਦੀ ਕਾਗਜ਼ਾਰੀ ਦੇਖੋ। ਮੈਂ ਇੱਥੇ ਪਿਛਲੇ 2012 ਤੋਂ 2017 ਤੱਕ MLA ਰਿਹਾ। ਮੇਰੀ ਕਾਗਜ਼ਾਰੀ ਤੁਹਾਡੇ ਸਾਹਮਣੇ ਹੈ। ਮੈਂ ਬੇਨਤੀ ਕਰਨੀ ਆ
ਸਭ ਤੋਂ ਪਹਿਲਾਂ ਤੁਸੀਂ ਕੈਂਡੀਡੇਟ ਦੇਖੋ, ਉਸ ਤੋਂ ਬਾਅਦ ਦੇਖੋ ਪਾਰਟੀਆਂ ਦੇ ਪ੍ਰੋਗਰਾਮ ਕੀ ਆ, ਉਸ ਤੋਂ ਬਾਅਦ ਫਿਰ ਦੇਖੋ ਕਿ ਪਾਰਟੀਆਂ ਕਹਿੰਦੀਆਂ ਕੀ ਆ ਤੇ ਕਰਦੀਆਂ ਕੀ ਆ। ਉਹਨਾਂ ਦਾ ਪਿਛਲਾ ਰਿਕਾਰਡ ਵੀ ਦੇਖੋ ਕਿ ਉਹਨਾਂ ਨੇ ਕਿੰਨੇ ਵਾਅਦੇ ਕਿੰਨੇ ਕੀਤੇ ਆ ਤੇ ਵਾਅਦਿਆਂ ਤੇ ਪੂਰੇ ਉਤਰੇ ਕਿ ਨਹੀਂ ਉਤਰੇ। ਹੁਣ ਜਿਹੜੇ ਵਾਅਦੇ ਕਰਦੇ ਆ ਉਹ ਵਾਅਦੇ ਜਿਹੜੇ ਆ ਉਹ ਕੀ ਵਾਅਦੇ ਆ ਤੇ ਕਿਵੇਂ ਉਹ ਨਿਭਾਉਣਗੇ। ਮੈਂ ਇੱਕੋ ਹੀ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਸੋ ਕੀਤਾ, ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ। ਅਸੀਂ ਕੋਈ ਗਰੰਟੀਆਂ ਨਹੀਂ ਦਿੰਦੇ, ਅਸੀਂ ਕੋਈ ਫਾਰਮ ਨਹੀਂ ਭਰਾਉਂਦੇ। ਸਾਡੀ ਤਾਂ ਜ਼ਬਾਨ ਹੈ। ਅੱਜ ਤਾਂ ਤੁਹਾਡੇ ਕੋਲ ਅੱਜ ਵੀ ਆਏ ਆ, ਕੱਲ੍ਹ ਵੀ ਆਉਣਾ ਤੇ ਪਿੱਛੇ ਵੀ ਆਉਂਦੇ ਰਹੇ ਆ। ਐਸੇ ਜਗ੍ਹਾ ਤੇ ਬੈਠ ਕੇ ਆਪਾਂ ਮੀਟਿੰਗਾਂ ਕਈ ਵਾਰੀ ਕਰਕੇ ਗਏ। ਇਹ ਸਾਡਾ ਆਪਣਾ ਪਰਿਵਾਰ ਹੈ ਜਿਹੜਾ ਬੈਠਾ। ਮੇਰੀਓ ਭੈਣੋ, ਮੈਂ ਅੱਗੇ ਵੀ ਇੱਥੇ ਗੱਲ ਕਹਿ ਚੁੱਕੀ ਕਿ ਅੱਜ ਵੀ ਮੈਂ ਕਹਿੰਦਾ ਕਿ ਜੇਕਰ ਕੋਈ ਗਰੀਬਾਂ ਵਾਸਤੇ, ਆਪਣੇ ਪਰਿਵਾਰਾਂ ਵਾਸਤੇ ਕੁਛ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕੀਤਾ। ਸਭ ਤੋਂ ਵੱਡੀ ਗੱਲ ਮੈਂ ਇਹ ਕਹਾਂਗਾ ਕਿ ਗਰੀਬ ਦੇ ਪੀਪੇ ਵਿੱਚ ਆਟਾ ਨਾ ਮੁੱਕੇ, ਉਹਦਾ ਪ੍ਰਬੰਧ ਬਾਦਲ ਸਾਹਿਬ ਨੇ ਕੀਤਾ। ਆਟਾ ਦਾਲ ਸਕੀਮ ਚਲਾਈ ਕਿ ਗਰੀਬ ਭੁੱਖਾ ਨਾ ਕੋਈ ਸੌਵੇਂ, ਤੇ ਨਾਲ ਨਰੇਗਾ ਦਾ ਵੀ ਨਾਲ ਕੰਮ ਦਿੱਤਾ ਵੀ ਨਰੇਗਾ ਦਾ ਭੈਣਾਂ ਕੰਮ ਕਰਨ, ਰੋਟੀ ਤੁਹਾਡੇ ਘਰ ਹੋਵੇ, ਤੁਹਾਨੂੰ ਬਿਜਲੀ ਜਿਹੜੀ ਹੈਗੀ ਆ ਮਾਫ ਹੈ, ਬੱਚੀਆਂ ਵਾਸਤੇ ਸਾਈਕਲ ਹੈ, ਪੜ੍ਹਾਈ ਦਾ ਇੰਤਜ਼ਾਮ ਸਾਰਾ ਸਰਕਾਰ ਬਾਦਲ ਸਾਹਿਬ ਦੀ ਕਰਦੀ ਰਹੀ ਆ। ਸ਼ਗਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ, ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ। ਮੈਂ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਤੇ ਕੋਈ ਸਕੀਮ ਦੱਸੋ ਜਿਹੜੀ ਆਪਣੇ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਹੋਵੇ। ਜਾਂ ਜਿੱਥੇ ਆਪਾਂ ਬੈਠੇ ਆ, ਮੇਰੇ ਖਿਆਲ ਆਪਣੀ ਧਰਮਸ਼ਾਲਾ ਜਿਹੜੀ ਸੀ, ਧਰਮਸ਼ਾਲਾ ਪਿੰਡ ਦੇ ਵਿੱਚ, ਉਹ ਵੀ ਬਾਦਲ ਸਾਹਿਬ ਦੀ ਦੇਣ ਹੈ। ਮੈਂ ਤੁਹਾਨੂੰ ਇਹ ਦੱਸਾਂ ਕਿ ਜੇਕਰ ਕੋਈ ਕੰਮ ਆਪਣੇ ਵਾਸਤੇ ਕਰ ਸਕਦਾ ਤਾਂ ਉਹ ਬਾਦਲ ਸਾਹਿਬ ਨੇ ਕੀਤਾ, ਕੋਈ ਹੋਰ ਨਹੀਂ ਕਰ ਸਕਦਾ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਾਂਗਰਸ ਸਰਕਾਰ ਨੇ ਬਹੁਤ ਵਾਅਦੇ ਪਿੱਛੇ ਕੀਤੇ। ਲੈ ਵੀ ਘਰ ਘਰ ਨੌਕਰੀ, ਕਾਕਾ ਤੁਹਾਨੂੰ ਨੌਕਰੀ ਮਿਲ ਗਈ, ਘਰ ਘਰ ਨੌਕਰੀ ਕਿਹਾ ਸੀ। ਕਿਸਾਨ ਦਾ ਸਾਰਾ ਕਰਜ਼ਾ ਮਾਫ ਹੋਊਗਾ, ਚਾਹੇ ਉਹ ਸੁਸਾਇਟੀ ਦਾ ਹੋਵੇ, ਚਾਹੇ ਉਹ ਬੈਂਕ ਦਾ ਹੋਵੇ, ਤੇ ਚਾਹੇ ਉਹ ਆਰਟੀ ਦਾ ਹੋਵੇ। ਹੋਇਆ ਜੀ ਕੋਈ ਨਾ ਮਾਤਰ ਹੋਇਆ। ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਸੀ ਕਿ 2500 ਰੁਪਇਆ ਹਰ ਬੱਚੇ ਨੂੰ ਬੇਰੁਜ਼ਗਾਰੀ ਭੱਤਾ ਦਿਆਂਗੇ, 2500 ਰੁਪਇਆ ਪੈਨਸ਼ਨ ਦਿਆਂਗੇ, 52,000 ਰੁਪਇਆ ਸ਼ਗਨ ਦਿਆਂਗੇ। ਹੋਰ ਬੜੇ ਵਾਅਦੇ ਕੀਤੇ ਸੀ। ਸਭ ਤੋਂ ਮਾੜਾ ਜਿਹੜਾ ਮੈਂ ਸਮਝਦਾ ਆਪਣੇ ਨਾਲ ਗਰੀਬਾਂ ਨਾਲ ਜਿਹੜਾ ਧੱਕਾ ਹੋਇਆ ਉਹ ਹੈਗਾ ਧਰਮ ਸੋਧ ਨੇ ਜਿਹੜਾ ਪੈਸਾ ਖਾਧਾ, ਜਿਹੜਾ ਵਜ਼ੀਫਾ ਖਾਧਾ। ਆਪਣੇ ਗਰੀਬਾਂ ਦੇ ਬੱਚਿਆਂ ਵਾਸਤੇ ਜਿਹੜਾ ਵਜ਼ੀਫਾ ਆਇਆ ਉਹ 100 ਕਰੋੜ ਤੋਂ ਵੱਧ ਇਹ ਇਕੱਲਾ ਧਰਮ ਸੋਧ ਖਾ ਗਿਆ। ਉਹਦਾ ਨਤੀਜਾ ਕੀ ਹੋਇਆ? ਮੈਂ ਤਾਂ ਪੜ੍ਹਿਆ ਲਿਖਿਆ ਤਾਂ ਮੈਂ ਗੱਲ ਕਰਦਾ, ਤੁਹਾਨੂੰ ਇਹ ਗੱਲ ਤੇ ਸਮਝਣੀ ਚਾਹੀਦੀ ਆ। ਨਤੀਜਾ ਇਹ ਹੋਇਆ 2.5 ਲੱਖ ਬੱਚਾ ਆਪਣਾ ਜਿਹੜਾ ਹੈਗਾ ਉਹਦਾ ਭਵਿੱਖ ਖਤਰੇ ਵਿੱਚ ਹੋ ਗਿਆ। ਕਈਆਂ ਨੂੰ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲੀ, ਜਿਹੜੇ ਪੜ੍ਹਦੇ ਸੀ ਉਹ ਇਮਤਿਹਾਨ ਨਹੀਂ ਦੇ ਸਕੇ, ਨਵੇਂ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਦਾਖਲਾ ਨਹੀਂ ਮਿਲਿਆ ਕਿਉਂਕਿ ਪੈਸੇ ਜਿਹੜੇ ਆ ਜਿਹੜੇ ਸਕੂਲਾਂ ਕਾਲਜਾਂ ਨੂੰ ਯੂਨੀਵਰਸਿਟੀ ਨੂੰ ਜਾਣੇ ਸੀ ਉਹ ਤਾਂ ਪੈਸਿਆਂ ਨੇ ਖਾ ਲਏ। ਸਭ ਤੋਂ ਵੱਡਾ ਮੈਂ ਸਮਝਦਾ ਹੈਗਾ ਜੇ ਆਪਣੇ ਸਮਾਜ ਦਾ ਧੱਕਾ ਹੋਇਆ ਤੇ ਉਹ ਧਰਮ ਸੋਧ ਨੇ ਕੀਤਾ, ਕਾਂਗਰਸ ਸਰਕਾਰ ਨੇ ਕੀਤਾ। ਇੱਕ ਬੱਚੇ ਦਾ ਜੇ 1 ਸਾਲ ਵੀ ਮਰ ਜਾਵੇ ਤੇ ਬੱਚਾ ਕਿੱਥੇ, ਉਹਦਾ ਕੈਰੀਅਰ ਜਿਹੜਾ ਕਿੱਥੇ ਚੱਲ ਜਾਂਦਾ ਹੈਗਾ, ਇਹ ਮੈਂ ਸਮਝਦਾ ਹੈਗਾ ਕਿਉਂਕਿ ਮੈਨੂੰ ਖੁਦ ਪਤਾ ਹੈਗਾ ਵੀ 1 ਸਾਲ ਬੱਚੇ ਦਾ ਖਰਾਬ ਹੋ ਗਿਆ ਤੇ ਉਹਦੀ ਜ਼ਿੰਦਗੀ ਦਾ 1 ਸਾਲ ਪਿੱਛੇ ਪੈ ਜਾਂਦਾ ਹੈਗਾ। ਸੋ ਬਹੁਤ ਸਾਰੇ ਵਾਅਦੇ ਕੀਤੇ ਇਹਨਾਂ ਨੇ, ਕੋਈ ਵਾਅਦਾ ਪੂਰਾ ਨਹੀਂ ਕੀਤਾ।
ਤੇ ਆਪਾਂ ਝਾੜੂ ਦੀ ਗੱਲ ਕਰਦੇ ਹਾਂ। ਝਾੜੂ ਵਾਲੇ ਵੀ ਤੁਰੇ ਫਿਰਦੇ ਇੱਥੇ ਆਏ ਹੋਣੇ ਗਰੰਟੀ ਦੇਣ ਵਾਸਤੇ। ਕੇਜਰੀਵਾਲ ਦੀ ਗਰੰਟੀ ਨੰਬਰ 1, ਕੇਜਰੀਵਾਲ ਦੀ ਗਰੰਟੀ ਨੰਬਰ 2, 3, 4 ਪਤਾ ਨਹੀਂ ਕੀ ਗਰੰਟੀਆਂ ਦਿੰਦੇ ਆ। ਪਰ ਬੀਬੀ ਉਹ ਤੁਹਾਡੇ ਕੋਲ ਆਏ ਹੋਣੇ ਆ, ਕਹਿੰਦੇ ਉਹਨੇ ਫਾਰਮ ਭਰ ਦਿਓ। ਆਏ ਕਿ ਨਹੀਂ ਆਏ ਜੀ? ਪੁੱਛਿਆ ਉਹਨੇ ਪੇ ਕਾਹਦੇ ਫਾਰਮ ਹੈ? ਤੁਹਾਨੂੰ ਪਤਾ ਕੋਈ ਕਾਹਦੇ ਫਾਰਮ ਹੈ? ਉਹ ਫਾਰਮ ਭਰਾਏ ਉਹਨਾਂ ਨੇ ਕਿ ਜੇ ਸਾਡੀ ਸਰਕਾਰ ਬਣਦੀ ਆ ਤਾਂ 1000 ਰੁਪਈਆ ਤੁਹਾਡੇ ਖਾਤੇ ਵਿੱਚ ਹਰ ਬੀਬੀ ਦੇ ਖਾਤੇ 'ਚ ਆਊਗਾ। ਠੀਕ ਹੈ। ਸਰਕਾਰ ਤਾਂ ਪਤਾ ਨਹੀਂ ਬਣਦੀ ਕਿ ਨਹੀਂ ਬਣਨੀ, ਜਿਹੋ ਜਿਹੇ ਹਾਲਾਤ ਹੈਗੇ ਆ, ਤੀਲਾ ਹੋਇਆ ਪਿਆ ਹੈਗਾ ਝਾੜੂ ਦਾ। ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਸਰਕਾਰ ਇਸ ਵੇਲੇ ਦਿੱਲੀ ਵਿੱਚ ਝਾੜੂ ਵਾਲਿਆਂ ਦੀ ਆ, ਤੇ ਝਾੜੂ ਵਾਲਿਆਂ ਨੂੰ ਇਹ ਪੁੱਛੀਏ ਵੀ ਦਿੱਲੀ ਵਿੱਚ ਬੀਬੀਆਂ ਹੈ ਨਹੀਂ 18 ਸਾਲ ਤੋਂ ਉੱਪਰ ਵਾਲੀਆਂ? ਜੇ ਤਾਂ ਇਹਨਾਂ ਦੀ ਨੀਤ ਹੋਵੇ ਸਾਫ਼, ਫਿਰ ਤਾਂ 1000 ਰੁਪਈਆ ਉੱਥੇ ਵੀ ਦੇਣ ਪਹਿਲਾਂ ਜਿੱਥੇ ਸਰਕਾਰ ਹੈ। ਜਿੱਥੇ ਸਰਕਾਰ ਹੈਗੀ ਉੱਥੇ ਦਿੰਦੇ ਕੁਛ ਨਹੀਂ, ਤੇ ਜਿੱਥੇ ਸਰਕਾਰ ਬਣਾਉਣੀ ਹੈ ਝੂਠ ਬੋਲ ਕੇ ਫਾਰਮ ਭਰ ਦਿਓ ਜੀ, ਤੁਹਾਡੇ ਖਾਤੇ 'ਚ ਆ ਜਾਊ। ਖਾਤੇ 'ਚ ਕਿੱਥੋਂ ਆਊ? ਪਹਿਲਾਂ ਦਿੱਲੀ ਦੇ ਕੇ ਦਿਖਾਉਣ, ਉਸ ਤੋਂ ਬਾਅਦ ਇੱਥੇ ਆ ਕੇ ਗੱਲ ਕਰਨ। ਇਹ ਤਾਂ ਜਿਵੇਂ ਕਾਂਗਰਸੀਆਂ ਨੇ ਪਹਿਲਾਂ ਫਾਰਮ ਭਰਾ ਲਏ ਸੀ, ਘਰ ਘਰ ਨੌਕਰੀ, ਕਰਜ਼ਾ ਮਾਫ, ਇੱਦਾਂ ਹੀ ਇਹ ਕਰ ਰਹੇ ਆ ਵੀ ਤੁਹਾਤੋਂ ਫਾਰਮ ਭਰਾ ਲੈ, ਤੁਹਾਡਾ ਜਿਹੜਾ ਹੈ ਨਾ ਤੁਹਾਡਾ ਕੀ ਆਧਾਰ ਕਾਰਡ ਦਾ ਉਹਦਾ ਨੰਬਰ ਵੀ ਪਾ ਲਿਆ। ਆਧਾਰ ਕਾਰਡ ਨਾਲ ਤੁਹਾਡੀ ਸਾਰੀ ਜਿਹੜੀ ਜਾਣਕਾਰੀ ਆ ਉਹ ਇਹਨਾਂ ਕੋਲ ਪਹੁੰਚ ਗਈ ਆ। ਪਤਾ ਨਹੀਂ ਤੁਹਾਡੇ ਖਾਤੇ ਵਿੱਚ ਹੋ ਸਕਦਾ ਪੈਸੇ ਵੀ ਕਢਾ ਲਿਆ ਹੁਣ। ਇਸ ਚੀਜ਼ ਦਾ ਖਿਆਲ ਰੱਖਿਓ। ਠੀਕ ਹੈ। ਹਾਂਜੀ, ਮੇਰੇ ਹੋਣਗੇ ਜੀ ਕਿ ਇਹਨੇ ਬੀਬੀਆਂ 'ਚ ਹੋਣਗੇ ਖਾਤੇ 'ਚ। ਮੈਂ ਗੱਲ ਹੋਰ ਤੁਹਾਨੂੰ ਦੱਸ ਦਿਆਂ, ਇਹ ਕਹਿੰਦੇ ਆ ਕਿ ਜੀ ਗਰੰਟੀ ਦੇਣੇ, ਦੂਜੀ ਗਰੰਟੀ, ਪਹਿਲੀ ਗਰੰਟੀ ਉਹ ਸੀ, ਦੂਜੀ ਆ ਸੀ 300 ਯੂਨਿਟ ਤੁਹਾਡਾ ਕਹਿੰਦੇ ਬਿਜਲੀ ਦਾ ਮਾਫ ਹੋਊ। ਉਹ ਵੀ ਭਰੇ ਹੋਣੇ ਫਾਰਮ ਭਰੇ ਆ, 300 ਯੂਨਿਟ ਮਾਫ। ਇਹਨਾਂ ਨੂੰ ਪੁੱਛਿਆ ਜੇ 301 ਹੋ ਜਾਏ ਫੇਰ ਕਹਿੰਦੇ ਫੇਰ ਜੀ 301 ਦੇ ਪੈਸੇ ਵਸੂਲ ਕਰਾਂਗੇ ਜਿਵੇਂ ਦਿੱਲੀ ਵਿੱਚ ਇਹ ਕਰ ਰਹੇ ਆ ਵਸੂਲ। 301 ਹੋ ਗਿਆ ਤਾਂ 301 ਦੇ ਪੈਸੇ ਦੇਣੇ ਪੈਣੇ ਆ, ਇੱਕ ਦੇ ਨਹੀਂ ਦੇਣੇ ਪੈਣਗੇ, ਸਾਰਿਆਂ ਦੇ ਪੈਸੇ ਦੇਣੇ ਪੈਣੇ। ਹੁਣ ਜਦੋਂ ਇਹਨਾਂ ਦੇ ਗਰੰਟੀ ਭਰਤੀ, ਜੇ 300 ਹੋ ਗਿਆ ਤੁਹਾਡਾ ਯੂਨਿਟ, ਫਿਰ ਦੇਖ ਲਿਓ ਵੀ 300 ਹੋ ਗਿਆ, ਉਸ ਤੋਂ ਬਾਅਦ ਬੰਦ ਕਰ ਦਿਓ, ਹਨੇਰੇ 'ਚ ਬੈਠਿਆ ਕਰੋ। ਅਸੀਂ ਤੁਹਾਨੂੰ ਗੱਲ ਕਹਿੰਦੇ ਆ ਕਿ 800 ਯੂਨਿਟ ਤੁਹਾਡਾ ਮਾਫ ਹੋਊਗਾ। ਜੇ 800 ਤੋਂ 1 ਯੂਨਿਟ ਵੀ ਉੱਪਰ ਹੋ ਗਿਆ, 1 ਯੂਨਿਟ ਦੇ ਪੈਸੇ ਤੋਂ ਵਸੂਲ ਕੀਤੇ ਜਾਣਗੇ, ਬਾਕੀ 800 ਯੂਨਿਟ ਮਾਫ ਹੋਊ। ਦੂਸਰੀ ਗੱਲ, ਹਰ ਬੀਬੀ ਦੇ ਖਾਤੇ 'ਚ 2000 ਰੁਪਈਆ ਮਹੀਨੇ ਦਾ ਆਊਗਾ। ਅਸੀਂ ਜੋ ਕਿਹਾ ਉਹ ਕੀਤਾ, ਪਹਿਲਾਂ ਵੀ ਜੋ ਕਿਹਾ ਉਹ ਕਰਦੇ ਰਹੇ ਹਾਂ, ਅੱਜ ਵੀ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਡੀ ਸਰਕਾਰ ਆਉਂਦੀ ਆ ਤੇ ਇਹ ਅਸੀਂ ਤੁਹਾਡਾ 2000 ਰੁਪਈਆ ਹਰ ਬੀਬੀ ਦੇ ਖਾਤੇ ਵਿੱਚ ਆਇਆ ਕਰੂਗਾ ਰਸੋਈ ਵਾਸਤੇ। ਬਾਕੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਆਪਣੇ ਬਹੁਤਿਆਂ ਦੇ ਕਾਰਡ ਜਿਹੜੇ ਆ ਨੀਲੇ ਕਾਰਡ ਕੱਟੇ ਗਏ ਆ, ਉਹ ਬਣਾਵਾਂਗੇ। ਇੱਕ ਆ ਹੋਰ ਨਵਾਂ ਇਹਨਾਂ ਨੇ ਫਾਰਮ ਭਰੇ ਆ, ਹੁਣ ਕਾਂਗਰਸ ਨੇ ਭਰੇ ਹੋਰ ਵੀ, ਫਿਰ 10,000 ਰੁਪਇਆ ਤੁਹਾਡੇ ਖਾਤੇ 'ਚ ਆਊਗਾ। ਕਿੱਥੋਂ ਆਉਣਾ ਜੀ? ਜਿਹੋ ਜਿਹਾ ਪਹਿਲਾਂ ਬਹਾਨਾ ਜਿਹਾ ਮਾਰਿਆ ਉਹ ਜਿਹਾ ਹੁਣੇ ਕਰ ਰਹੇ ਆ। ਸੋ ਇਹਨਾਂ ਤੋਂ ਬਚਣ ਦੀ ਲੋੜ ਹੈ। ਦੇਖੋ, ਮੈਂ ਤਾਂ ਤੁਹਾਡਾ ਆਪਣਾ ਹੈਗਾ, ਮੈਂ ਤਾਂ ਆਉਣਾ ਹੀ ਆ। ਕੋਈ ਮੁੜ ਕੇ ਤੁਹਾਡੇ ਕੋਲ ਕਿਸੇ ਨੇ ਸਾੜ ਲਈ ਆ, ਕੋਈ MLA ਬਣ ਕੇ ਇੱਥੇ ਮੁੜ ਕੇ ਆਇਆ, ਕੋਈ ਤੁਹਾਡਾ ਧੰਨਵਾਦ ਕਰਨ ਵਾਸਤੇ ਵੀ ਕੋਈ ਆਵੇ ਨਹੀਂ, ਧੰਨਵਾਦ ਕਰਨ ਵਾਸਤੇ ਆ ਰਿਹਾ ਤੁਹਾਡੇ ਕੋਲ। ਮੈਂ ਤਾਂ ਹਮੇਸ਼ਾ ਤੁਹਾਡੇ ਦੁੱਖ ਸੁੱਖ ਵਿੱਚ ਆਇਆ ਵੀ ਹੈ ਤੇ ਆਉਂਦਾ ਰਹਿਣਾ ਵੀ ਆ। ਕੰਮ ਕਾਰ ਵੀ ਕਰਾਉਂਦਾ, ਮੈਨੂੰ ਆ ਕੇ ਮਿਲਦੇ ਵੀ ਆ, ਘਰ ਵੀ ਮੇਰਾ ਇੱਥੇ ਜਗਾਉਂ ਆ, ਤੇ ਮੈਂ ਤਾਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਮੈਂ ਤਾਂ ਹੁਣੇ ਬੇਨਤੀ ਕਰਨੀ ਆ ਕਿ ਪਿਛਲੀ ਵਾਰੀ ਆ ਨੌਜਵਾਨ ਜਿਹੜੇ ਬੈਠੇ ਆ, ਇਹਨਾਂ ਨੇ ਬੜਾ ਝਾੜੂ ਦਾ ਬੜਾ ਪ੍ਰਚਾਰ ਕੀਤਾ ਵੀ ਝਾੜੂ ਜੀ, ਝਾੜੂ ਜੀ, ਝਾੜੂ ਵਾਲਾ। ਤੁਸੀਂ ਮੇਰੀ ਹੁਣ ਗੱਲ ਸੁਣ ਲਓ ਭਾਈ, ਇਹ ਠੱਗ ਮਹਿਕਮਾ, ਇਹਨਾਂ ਤੋਂ ਬਚੋ, ਜਿੰਨਾ ਬਚ ਸਕਦੇ ਆ ਬਚੋ। ਨਾਲੇ ਦੇਖੋ ਕਿ ਪੰਜਾਬੀ ਜਿਹੜੇ ਹੈਗੇ ਆ ਉਹ ਆਪਣਾ ਆਪ ਨਹੀਂ ਦੇਖ ਸਕਦੇ। ਦਿੱਲੀੋਂ ਆ ਕੇ ਜਿਹੜਾ ਹੈਗਾ ਤੁਹਾਨੂੰ ਇਹ
ਇੱਕ ਪਾਸੇ ਦਾ ਨਾਲੇ ਦੇਖੋ, ਕਹਿੰਦੇ ਜੀ ਐਤਕੀ ਕੇਜਰੀਵਾਲ ਨੂੰ ਵੋਟ ਪਾ ਦਿਓ ਜੀ, ਕੇਜਰੀਵਾਲ ਦੇ ਨਾਂ ਤੇ ਭਾਈ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ ਜੀ? ਮਾਨ। ਤੇ ਜੇ ਉਹਨੇ ਇਹਦਾ ਮਤਲਬ ਮਾਨ ਤੇ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ, ਤਾਂ ਜੋ ਲਿਖਦੇ ਆ ਵੀ ਕੇਜਰੀਵਾਲ ਇੱਕ ਵਾਰ ਕੇਜਰੀਵਾਲ। ਸੋ ਮੇਰੀ ਭੈਣੋ ਤੇ ਮੇਰੇ ਭਰਾਓ, ਮੈਂ ਤਾਂ ਇਹੀ ਕਹਾਂਗਾ ਕਿ ਆਪਣੀ ਪਾਰਟੀ, ਪੰਜਾਬ ਦੀ ਪਾਰਟੀ, ਤੁਹਾਡੀ ਆਪਣੀ ਪਾਰਟੀ, ਖੇਤਰ ਦੀ ਪਾਰਟੀ, ਪੰਜਾਬੀ ਦੀ ਪਾਰਟੀ, ਪੰਜਾਬੀਅਤ ਦੀ ਰਾਖੀ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਤੇ ਤੁਹਾਡਾ ਆਪਣਾ ਐਸਆਰ ਕਲੇਰ। ਮੈਂ ਤਾਂ ਤੁਹਾਡੇ ਕੋਲ ਹਾਂ ਹਰ ਵੇਲੇ। ਮੈਂ ਤਾਂ ਬੇਨਤੀ ਕਰਾਂਗਾ ਕਿ ਆਪਾਂ ਆਪਣੀ ਪਾਰਟੀ, ਜਿਹੜੀ ਤੁਹਾਡੀ ਮਾਂ ਪਾਰਟੀ ਆ, ਉਹਦੇ ਵਾਸਤੇ ਆਪਾਂ ਵੋਟਾਂ ਪਾਈਏ ਤੇ ਮੈਨੂੰ ਸੇਵਾ ਦਾ ਮੌਕਾ ਦਿਓ। ਜਿਸ ਤਰੀਕੇ ਨਾਲ ਪਹਿਲਾਂ ਇੱਥੇ ਅਸੀਂ ਬਹੁਤ ਇਸ ਪਿੰਡ ਦਾ ਵਿਕਾਸ ਕੀਤਾ, ਸਾਹਿਬ ਮਲਕੀਤ ਸਿੰਘ ਸਰਪੰਚ ਸਾਹਿਬ ਬੈਠੇ ਆ, ਵੱਡਾ ਸਾਡਾ ਨਗਰ ਹੈ। ਇਸ ਪਿੰਡ ਦੇ ਵਿੱਚ ਅਸੀਂ ਤਕਰੀਬਨ ਮੇਰਾ ਖਿਆਲ 80-90 ਲੱਖ ਰੁਪਈਆ ਆਇਆ ਜੀ ਆਪਣੇ ਸਮੇਂ, 80-90 ਲੱਖ ਰੁਪਈਆ ਮੇਰੇ ਵੱਲੋਂ ਜਦੋਂ ਮੈਂ ਐਮਐਲਏ ਸੀ ਉਦੋਂ ਅਸੀਂ ਭੇਜਿਆ ਵੱਖ-ਵੱਖ ਸਕੀਮਾਂ ਦੇ ਤਹਿਤ। ਸੋ ਅੱਗੇ ਵੀ ਆਪਾਂ ਕੰਮ ਬਹੁਤ ਸਾਰੇ ਜੇ ਪਿੰਡ 'ਚ ਹੋਣ ਵਾਲੇ ਆ। ਮੈਂ ਆ ਕੇ ਦੇਖਦਾ ਸੀ ਇੱਧਰੋਂ ਜਦੋਂ ਆਇਆ ਹੈਗਾ, ਆਹ ਸੀਵਰ ਦਾ ਕੰਮ ਚੱਲ ਰਿਹਾ ਹੈਗਾ ਲੜੀ, ਤੇ ਹੋਰ ਵੀ ਕੰਮ ਜਿਹੜੇ ਹੈਗੇ ਆ ਉਹ ਕਰਾਵਾਂਗੇ। ਤੇ ਇੱਕੋ ਹੀ ਨਿਸ਼ਾਨਾ ਵੀ ਉਹ ਰੱਖਿਓ ਕਿ 20 ਤਰੀਕ ਨੂੰ ਆਪਣੀ ਵੀ, ਪਰਿਵਾਰ ਦੀ ਵੀ, ਰਿਸ਼ਤੇਦਾਰ, ਮਿੱਤਰ, ਸਨੇਹੀ ਜਿੱਥੇ ਵੀ ਬੈਠੇ ਆ, ਸਭ ਨੂੰ ਕਹੋ ਜੀ ਆਪਣੀ ਵੋਟ ਜਿਹੜੀ ਆ ਚੱਕੜੀ ਚੋਣ ਨਿਸ਼ਾਨ ਚੱਕੜੀ ਨੂੰ ਪਾਓ, ਸੇਵਾ ਦਾ ਮੌਕਾ ਦਿਓ। ਤੁਹਾਡਾ ਆਪਣਾ ਐਸਆਰ ਕਲੇਰ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।